ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਜੀ ਆਇਆਂ। बहुत बहुत शुक्रिया, मेहरबानी, धन्यवाद भंगू साहब जी। दोस्तों डॉक्टर साहब नाल जो साडी गलबात दा विषा बीते दिनी दिल्ली दे विच किसान जथेबंदियां ने अपनी मीटिंग की। उस मीटिंग तो कई संकेत सामने आए जो अहम रूप दे विच किसान जथेबंदियां दे जो अगले प्रोग्राम ने, वड्डे प्रोग्राम ने, संघर्ष नूं लैके उन्होंने उलीके जा रहे ने। तुसीं देखो कि उस मीटिंग दे विच एक गल कही गई जदों मीडिया मिलनी दे विच किसान आगूआं ने कहा कि भाजपा नूं सज़ा देण दा असीं होका दिता। उत्तर प्रदेश दे विच जिथे चोणां ने, प्रधान मंत्री दी कुर्सी दा राह यूपी तो होके निकलदा, उहदे अलग अलग स्टेटां दे विच यानी कि अलग अलग सूबिਆਂ ਦੇ ਵਿੱਚ ਅਸੀਂ ਪਰਚੇ ਵੀ ਵੰਡਾਂਗੇ, ਭਾਜਪਾ ਨੂੰ ਸਜ਼ਾ ਦਿਓ ਦਾ ਅਸੀਂ ਇੱਕ ਪ੍ਰੋਗਰਾਮ ਵੀ ਚਲਾਵਾਂਗੇ। ਗੱਲਾਂ ਮੰਗਾਂ ਜਦੋਂ ਅੰਦੋਲਨ ਅਸੀਂ ਖਤਮ ਕੀਤਾ ਸੀ, ਕਿਸਾਨ ਆਗੂਆਂ ਨੇ ਕਿਹਾ ਜੋ ਸਾਡੀਆਂ ਮੰਗਾਂ ਸੀ, ਬੀਜੇਪੀ ਸਰਕਾਰ ਕਹਿੰਦੀ ਸੀ ਕਿ ਅਸੀਂ ਇਹ ਮੰਗਾਂ ਮੰਨਾਂਗੇ, ਸਾਡਾ ਅੰਦੋਲਨ ਖਤਮ ਕਰਵਾਤਾ, ਮੰਗਾਂ ਮੰਨੀਆਂ ਨਹੀਂ ਗਈਆਂ। 3 ਖੇਤੀ ਕਾਨੂੰਨ ਤਾਂ ਵਾਪਸ ਹੋ ਗਏ। ਇਸ ਤੋਂ ਇਲਾਵਾ ਲਖੀਮਪੁਰ ਘਟਨਾ, MSP ਦਾ ਮਾਮਲਾ, ਕੇਸ ਵਾਪਸੀ ਦਾ ਮਾਮਲਾ, MSP ਤੇ ਜਿਨ੍ਹਾਂ ਫਸਲਾਂ ਦੀ ਖਰੀਦ ਨਹੀਂ ਹੁੰਦੀ ਉਹਨਾਂ ਫਸਲਾਂ ਦੀ ਖਰੀਦ ਯਕੀਨੀ ਬਣਾਉਣਾ, ਤਮਾਮ ਇਹੋ ਜਿਹੇ ਮਸਲੇ ਸੀ। ऐसे च बोलदਿਆਂ जोगिंदर यादव ने कहा कि बजट के दौरान किसानों तो बदला लिया गया। भाजपा वालों जो उम्मीदां किसानों वालों रखियां जा रही सी, बीजेपी सरकार ने, भारत सरकार ने बजट दे विच उस तरह का किसानों नूं कोई कहा जा रहा है कि भी कोई फायदा दिता नहीं है। किसी तरह की कोई इकोनॉमी, किसानी की इकोनॉमी ने सर्वाइव करने की गल नहीं की गई, खेती की कोई सबसिडी की गल नहीं की गई। इस दौरान जोगिंदर सिंह गुरहा ने यह गल रखी कि जो किसान आगू चोण लड़ रहे हैं पंजाब दे विच SKM का उहदे नाल कोई वाह वास्ता नहीं हैगा, ਅਸੀਂ ਅਲੱਗ ਹਾਂ, ਉਹ ਸਾਡੇ ਤੋਂ ਅਲੱਗ ਨੇ। ਰਿਕਵੈਸਟ ਕਹਿਤ ਨੇ ਇਸੇ ਮਾਮਲੇ ਤੇ ਬੋਲਦੇ ਕਿਹਾ ਕਿ ਕਿਸਾਨ ਆਗੂ ਸਾਡੇ ਸਾਥੀ ਨੇ, ਉਹ ਛੁੱਟੀ ਤੇ ਗਏ ਹੋਏ ਨੇ, ਛੁੱਟੀ ਤੇ ਭਾਵ ਕਿ ਚੋਣਾਂ ਲੜਨ ਗਏ ਹੋਏ ਨੇ, ਉਸ ਤੋਂ ਬਾਅਦ ਆ ਜਾਣਗੇ, ਅਸੀਂ ਇਕੱਠੇ ਹੀ ਹੋਵਾਂਗੇ ਤੇ ਇਕੱਠੇ ਹੀ ਅਸੀਂ ਅੰਦੋਲਨ ਸੰਘਰਸ਼ ਅਸੀਂ ਲੜਾਂਗੇ। ਇਸੇ ਮਸਲੇ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ जी ਗੱਲਾਂ ਮੈਂ ਸਾਰੀਆਂ ਰੱਖਤੀਆਂ बिल्कुल। ਤੇ ਇਸੇ ਦੇ ਦੌਰਾਨ ਬੀਜੇਪੀ ਸਰਕਾਰ ਦਾ ਇੱਕ ਮੰਤਰੀ, ਖੇਤੀ ਮੰਤਰੀ, ਉਹ ਗੱਲ ਕਹਿੰਦੇ ਨੇ ਕਿ MSP ਦੇ ਮਸਲੇ ਤੇ ਅਸੀਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਮੇਟੀ ਬਣਾਵਾਂਗੇ ਤੇ ਕਮੇਟੀ ਅਸੀਂ ਹੁਣ ਬਣਾ ਵੀ ਰਹੇ ਹਾਂ ਜੀ। ਕਿਸਾਨ ਆਗੂ ਕਹਿੰਦੇ ਕਿ ਨਹੀਂ, ਬੀਜੇਪੀ ਸਰਕਾਰ ਨੇ ਸਾਨੂੰ ਲਾਰਾ ਲਾਇਆ ਸੀ। ਕਿਸਾਨ ਆਗੂਆਂ ਤੋਂ ਗੱਲ ਸ਼ੁਰੂ ਕਰਾਂਗੇ। ਕਿਸਾਨ ਆਗੂਆਂ ਦੀ ਜੋ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ। ਭੰਗੂ ਸਾਹਿਬ ਦੇਖੋ, ਜਿਹੜੀ BJP ਦੀ ਨੀਤ ਔਰ ਨੀਤੀ ਹੈ ਇਹ ਤੁਹਾਨੂੰ ਕਿੱਥੋਂ ਸਪਸ਼ਟ ਹੋ ਰਹੀ ਹੈ? ਉਹ ਤੁਹਾਨੂੰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਜਟ ਪਾਸ ਹੋਇਆ ਹੈ ਉਹਦੇ ਵਿੱਚ ਜਿਹੜੀ MSP ਬਾਰੇ ਜਿਹੜੀ ਰਕਮ ਰੱਖੀ ਜਾਂਦੀ ਹੈ ਉਹਦੇ ਵਿੱਚ ਬਹੁਤ ਵੱਡਾ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਘੱਟ ਕੀਤੀ ਗਈ ਹੈ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਜਿੰਨੀ MSP ਦੇ ਰਾਹੀਂ ਜੋ ਫਸਲਾਂ ਚੱਕੀਆਂ ਜਾਂਦੀਆਂ ਸੀਗੀਆਂ ਉਹਦੇ ਉੱਤੇ ਜੋ ਰਕਮ ਖਰਚ ਕੀਤੀ ਜਾਂਦੀ ਸੀਗੀ ਉਹਨੂੰ ਬਹੁਤ ਘਟਾ ਦਿੱਤਾ ਗਿਆ। ਇਹਦਾ ਮਤਲਬ ਇਹੀ ਹੈ ਕਿ BJP ਅਸਲ ਦੇ ਵਿੱਚ ਇਹੀ ਚਾਹੁੰਦੀ ਹੈ ਕਿ MSP ਨੂੰ ਖਤਮ ਕਰਾਂਗੇ ਹੌਲੀ ਹੌਲੀ ਅਸੀਂ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਤਾਂ ਕਿਸਾਨਾਂ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਲਾਰਾ ਲਾਇਆ, ਉਹਨਾਂ ਨਾਲ ਵਾਅਦੇ ਕੀਤੇ ਸੀਗੇ ਕਿ ਅਸੀਂ ਹਰ ਹਾਲਤ ਦੇ ਵਿੱਚ MSP ਖਤਮ ਨਹੀਂ ਕਰਾਂਗੇ, ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਸੀਗਾ ਕਮੇਟੀਆਂ ਵੀ ਬਣਾਵਾਂਗੇ, ਔਰ ਕਮੇਟੀ ਕਦੋਂ ਬਣੇਗੀ, ਕਦੋਂ ਉਹਦਾ ਰਿਜ਼ਲਟ ਨਿਕਲੇਗਾ, ਕਦੋਂ ਪਾਸ ਹੋਏਗਾ ਮਸਲਾ, ਇਹ ਹਜੇ ਮਤਲਬ ਭਿੱਖ ਦੀ ਜਿਹੜਾ ਹੈਗਾ ਗਰਭ ਦੇ ਵਿੱਚ ਪਿਆ ਹੈ। ਸੋ ਹੁਣ ਦੂਜੇ ਪਾਸੇ BJP ਜਾਣਬੁੱਝ ਕੇ ਇਹ ਕਰ ਰਹੀ ਹੈ ਕਿ ਅਸੀਂ MSP ਦੇ ਉੱਤੋਂ ਜਿਹੜੀ ਰਕਮ ਬਜਟ ਦੇ ਵਿੱਚ ਦੇਣੀ ਹੁੰਦੀ ਹੈ ਉਹ ਉਹਦੇ ਉੱਤੇ ਕੱਟ ਲਾ ਰਹੀ ਹੈ ਲਗਾਤਾਰ, ਔਰ ਪ੍ਰਾਈਵੇਟਾਈਜੇਸ਼ਨ ਕਰਨ ਵੱਲ ਵੱਧ ਰਹੀ ਹੈ। ਔਰ ਇਹਦਾ ਨਤੀਜਾ ਕੀ ਨਿਕਲ ਰਿਹਾ? ਨਤੀਜਾ ਆਪਾਂ ਦੇਖ ਰਹੇ ਹਾਂ ਕਿ ਸੁਸਾਈਡਸ ਜਿਹੜੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ। ਚਾਹੇ UP ਦੇ ਕਿਸਾਨ ਦੀ ਗੱਲ ਕਰੀਏ, ਚਾਹੇ ਅਸੀਂ ਉੱਤਰਾਖੰਡ ਦੇ ਕਿਸਾਨ ਦੀ ਗੱਲ ਕਰੀਏ, ਇੱਥੋਂ ਤੱਕ ਕਿ ਪੰਜਾਬ ਦੇ ਕਿਸਾਨ ਦੀ ਗੱਲ ਕਰੀਏ, ਜਿਸ ਪੰਜਾਬ ਦੇ ਕਿਸਾਨ ਨੂੰ ਕਿਹਾ ਜਾਂਦਾ ਕਿ ਬਹੁਤ ਖੁਸ਼ਹਾਲ ਹੈ ਔਰ ਇੱਥੇ MSP ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ, ਉੱਥੋਂ ਦਾ ਵੀ ਜਿਹੜਾ ਕਿਸਾਨ ਹੈ ਇਸ ਵੇਲੇ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਇੱਥੇ। ਸੋ ਕਹਿਣ ਦਾ ਮਤਲਬ ਹੈ ਕੁੱਲ ਮਿਲਾ ਕੇ ਕਿਸਾਨ ਦਾ ਜੋ ਸੰਕਟ ਹੈ ਉਹ ਪੂਰੇ ਭਾਰਤ ਦੇ ਵਿੱਚ ਵੱਧ ਰਿਹਾ ਹੈ, ਔਰ ਸਰਕਾਰਾਂ ਇਹਦੇ ਬਾਰੇ ਪੱਲਾ ਨਹੀਂ ਫੜਾ ਰਹੀਆਂ। ਸਰਕਾਰਾਂ MSP ਬਾਰੇ ਗੱਲ ਨਹੀਂ ਕਰਨਾ ਚਾਹੁੰਦੀਆਂ, ਉਹਦੇ ਬਾਰੇ ਕਮੇਟੀਆਂ ਦਾ ਜਿਹੜਾ ਰੌਲਾ ਪਾਇਆ ਸੀ ਕਿਸੇ ਵੇਲੇ ਕਿਸਾਨ ਜਿਹੜਾ ਸੀਗਾ ਸਰਕਾਰ ਨੇ ਕਿ ਅਸੀਂ ਕਮੇਟੀਆਂ ਬਣਾ ਕੇ ਪਾਸ ਕਰ ਦਿਆਂਗੇ, ਉਹ ਹਜੇ ਵਿੱਚੇ ਲਟਕਦਾ ਆ ਰਿਹਾ। ਸੋ ਇਹ ਵਧੀਆ ਗੱਲ ਹੈ ਕਿ ਚਾਹੇ ਟਕੈਤ ਸਾਹਿਬ ਹੋਣ, ਚਾਹੇ ਉਗਰਾਹਾਂ ਸਾਹਿਬ ਹੋਣ, ਜਾਂ ਹੋਰ ਜਿਹੜੇ ਵੱਡੇ ਲੀਡਰ ਨੇ ਕਿਸਾਨਾਂ ਦੇ, ਉਹ ਮਿਲ ਬੈਠੇ ਨੇ
ਔਰ ਉਹਨਾਂ ਨੇ ਜੋ ਇੱਕ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ, ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਹਾਲਤ ਦੇ ਵਿੱਚ ਯੂਪੀ ਦੇ ਵਿੱਚ ਬੀਜੇਪੀ ਨੂੰ ਹਰਾਵਾਂਗੇ। ਸੋ ਉਹਦੇ ਬਾਰੇ ਮੀਟਿੰਗ ਹੋਈ ਹੈ, ਇਹ ਵਧੀਆ ਗੱਲ ਹੈ। ਔਰ ਆਪਣਾ ਏਜੰਡਾ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ, ਕਿਸਾਨਾਂ ਦੇ ਵਿੱਚ ਜਾ ਰਹੇ ਨੇ। ਇਹਦੇ ਨਾਲ ਜ਼ਰੂਰ ਇੱਕ ਪ੍ਰੈਸ਼ਰ ਬਣਦਾ ਨਜ਼ਰ ਆ ਰਿਹਾ ਹੈ। ਔਰ ਜੇਕਰ ਪੰਜਾਬ ਦੀਆਂ 32 ਜਥੇਬੰਦੀਆਂ ਵੀ ਨਾਲ ਦੀ ਨਾਲ ਇਸ ਸਮਾਗਮ ਦੇ ਵਿੱਚ, ਇਸ ਸਾਰੇ ਕੁਝ ਨੂੰ ਹਰਾਉਣ ਦੇ ਵਿੱਚ ਸ਼ਾਮਲ ਹੁੰਦੀਆਂ ਤਾਂ ਇਹਦੇ ਨਾਲ ਹੋਰ ਵੱਡਾ ਪ੍ਰੈਸ਼ਰ ਬਣ ਸਕਦਾ ਸੀਗਾ। ਪਰ ਹੁਣ ਕਿਉਂਕਿ ਕੁਝ ਜਥੇਬੰਦੀਆਂ ਚੋਣਾਂ ਲੜ ਰਹੀਆਂ ਨੇ, ਜਦੋਂ ਉਹ ਚੋਣਾਂ ਤੋਂ ਫ੍ਰੀ ਹੋ ਜਾਣਗੀਆਂ ਉਦੋਂ ਹੋ ਸਕਦਾ ਹੈ ਕਿ ਇੱਕ ਵੱਡਾ ਜਿਹੜਾ ਹੈਗਾ ਢਾਂਚਾ ਜਾਂ ਵੱਡਾ ਗਰੁੱਪ ਵੱਖ-ਵੱਖ ਜਥੇਬੰਦੀਆਂ ਦਾ ਬਣੇ। ਔਰ ਨਾਲ ਦੀ ਨਾਲ 20 ਤੋਂ ਬਾਅਦ ਜਦੋਂ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ, ਕਿਸਾਨਾਂ ਦਾ ਜਿਹੜਾ ਕਿਸਾਨ ਸਮਾਜ ਮੋਰਚੇ ਨੂੰ ਵੋਟਾਂ ਪੈ ਜਾਣਗੀਆਂ, ਉਸ ਤੋਂ ਬਾਅਦ ਉਮੀਦ ਹੈ ਕਿ 20 ਤੋਂ ਬਾਅਦ ਇਹਨਾਂ ਨੂੰ ਉਹ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਯੂਪੀ ਦੇ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਯੂਪੀ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ। ਸੋ ਉਹ ਜਿਹੜਾ ਇੱਕ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਸਰਕਾਰ ਦੇ ਉੱਤੇ, ਸੈਂਟਰ ਦੀ ਸਰਕਾਰ ਦੇ ਉੱਤੇ, ਉਹ ਤਾਂ ਹੀ ਬਣ ਸਕਦਾ ਹੈ ਕਿ ਜੇਕਰ ਯੂਪੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਹਰਾਇਆ ਜਾਏਗਾ। ਸੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਚੰਗਾ ਫੈਸਲਾ ਜਿਹੜਾ ਹੈਗਾ ਇਹ ਕਿਸਾਨਾਂ ਨੇ ਕੀਤਾ ਹੈ ਔਰ ਕਿਸਾਨਾਂ ਨੂੰ ਪ੍ਰੈਸ਼ਰ ਇਦਾਂ ਹੀ ਬਣਾਉਣਾ ਪਏਗਾ। ਡਾਕਟਰ ਸਾਹਿਬ ਤੁਸੀਂ ਦੇਖੋਗੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਿਹਾ ਸੀ ਕਿ ਵੋਟ ਦੀ ਚੋਟ, ਜੀ ਹੁਣ ਕਿਸਾਨ ਜਥੇਬੰਦੀਆਂ ਦਾ ਜੋ ਰੁਖ ਹੈ ਨਰਮੀ ਵਾਲਾ ਨਹੀਂ, ਭਾਵੇਂ 3 ਖੇਤੀ ਕਾਨੂੰਨ ਰੱਦ ਹੋ ਗਏ, ਉਹ ਰੁਖ ਹੁਣ ਸਖਤ ਹੈ। ਹੁਣ ਬੜੇ ਸਖਤ ਸ਼ਬਦ ਵਰਤੇ ਗਏ ਨੇ ਭਾਜਪਾ ਦੇ ਖਿਲਾਫ ਜੀ ਕਿ ਭਾਜਪਾ ਨੂੰ ਸਜ਼ਾ ਦਿਓ, ਅਸੀਂ ਪਰਚਾ ਵੀ ਵੰਡਾਂਗੇ, ਦੇਸ਼ ਦੇ ਵਿੱਚ ਪਰਚਾ ਵੰਡਾਂਗੇ, ਯੂਪੀ ਦੇ ਵਿੱਚ ਜਿੱਥੇ ਚੋਣਾਂ ਨੇ ਕੱਲੇ ਸੂਬੇ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਯੂਪੀ ਦੇ ਤੇ ਪਰਚਾ ਵੰਡਾਂਗੇ, ਭਾਜਪਾ ਨੂੰ ਸਜ਼ਾ ਦਿਓ। ਲੱਗਦਾ ਕਿ ਜੋ ਰੁਖ ਹੈ ਕਿਸਾਨਾਂ ਦਾ ਉਹ ਹੁਣ ਬੀਜੇਪੀ ਦੇ ਖਿਲਾਫ ਬੜੇ ਤਗੜੇ ਮੋੜ ਦੇ ਵਿੱਚ ਹੈ ਕਿ ਅਸੀਂ ਲੜਾਈ ਲੜਨੀ ਹੈ। ਭੰਗੂ ਸਾਹਿਬ ਦੇਖੋ, ਹੋਣਾ ਵੀ ਚਾਹੀਦਾ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਜਦੋਂ ਆਪਾਂ ਪੁਰਾਣਾ ਰੁਖ ਵੇਖ ਰਹੇ ਹਾਂ ਉਹ ਇਸੇ ਕਰਕੇ ਕਾਮਯਾਬ ਹੋਈਆਂ ਜੇਕਰ ਉਹਨਾਂ ਨੇ ਸਿੱਧਾ ਨਿਸ਼ਾਨਾ ਬੀਜੇਪੀ ਦੇ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਸੀ। ਇੱਕ ਜਿਹੜਾ ਸਵਾ ਸਾਲ ਦਾ ਜੋ ਅੰਦੋਲਨ ਲੜਿਆ ਕਿਸਾਨਾਂ ਨੇ, ਉਹਦੇ ਵਿੱਚ ਸਿੱਧਾ ਉਹਨਾਂ ਦਾ ਨਿਸ਼ਾਨਾ ਬੀਜੇਪੀ ਦੇ ਉੱਤੇ ਰਿਹਾ ਔਰ ਨਤੀਜਾ ਆਪਾਂ ਸਾਰੇ ਜਾਣਦੇ ਹਾਂ ਕਿ ਨਤੀਜਾ ਆਖਰ ਨੂੰ ਬੀਜੇਪੀ ਦੀ ਜਿਹੜੀ ਹੈਂਕੜ ਵਾਲੀ ਸਰਕਾਰ ਸੀਗੀ, ਜਿਹੜੀ ਕਿਸੇ ਵੇਲੇ ਕਹਿੰਦੀ ਸੀ ਕਿ ਅਸੀਂ ਤਾਂ ਹਰ ਹਾਲਤ ਦੇ ਵਿੱਚ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਕਰਾਂਗੇ, ਔਰ ਉਸ ਸਰਕਾਰ ਨੂੰ, ਮੋਦੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਵੀ ਲੈਣੇ ਪਏ ਔਰ ਇੱਥੋਂ ਤੱਕ ਕਿ ਮਾਫੀ ਵੀ ਮੰਗਣੀ ਪਈ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ 6 ਮੰਗਾਂ ਦੇ ਉੱਤੇ ਵਾਅਦਾ ਕੀਤਾ ਸੀਗਾ ਬੀਜੇਪੀ ਨੇ। ਇੱਕ ਤਾਂ ਸੀਗਾ ਕਿ ਅਸੀਂ MSP ਵਾਲਾ ਜਿਹੜਾ ਹੈਗਾ ਉਸ ਮੁੱਦੇ ਨੂੰ ਜਿਹੜਾ ਹੈਗਾ ਇੱਕ ਕਮੇਟੀ ਬਣਾ ਕੇ ਹੱਲ ਕਰਾਂਗੇ। ਉਹ ਕਮੇਟੀ ਹਜੇ ਤੱਕ ਬਣਦੀ ਨਜ਼ਰ ਨਹੀਂ ਆ ਰਹੀ। ਦੂਜਾ ਉਹਨਾਂ ਨੇ ਕਿਹਾ ਸੀਗਾ ਕਿ ਜਿਸ ਕਿਸਮ ਦੇ ਵੀ ਇਹਨਾਂ ਦੇ ਉੱਤੇ ਪਰਚੇ ਹੋਏ ਨੇ ਕਿਸਾਨਾਂ ਦੇ ਉੱਤੇ, ਚਾਹੇ ਵੱਖ-ਵੱਖ ਸਟੇਟਾਂ ਦੇ ਵਿੱਚ ਹੋਏ ਨੇ, ਉਹ ਸਾਰੇ ਅਸੀਂ ਹੱਲ ਕਰਾਂਗੇ, ਉਹ ਸਾਰੇ ਰੱਦ ਕੀਤੇ ਜਾਣਗੇ। ਉਹ ਹਜੇ ਮਸਲਾ ਜਿਹੜਾ ਹੈਗਾ ਉੱਥੇ ਦਾ ਉੱਥੇ ਖੜਾ ਹੈ। ਸੋ ਬਾਕੀ ਸਟੇਟਾਂ ਦੇ ਵਿੱਚ ਖੜਾ ਹੈ। ਸੋ ਉਸ ਤੋਂ ਬਿਨਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹ ਮਸਲਾ ਕੋਈ ਬਹੁਤਾ ਹਜੇ ਹੱਲ ਨਹੀਂ ਹੋ ਰਿਹਾ। ਇਸੇ ਤਰ੍ਹਾਂ ਲਖਮੀਰਪੁਰ ਵਾਲੀ ਜਿਹੜੀ ਘਟਨਾ ਹੈ, ਲਖੀਮਪੁਰ ਖੀਰੀ ਵਾਲੀ, ਉਹ ਉਸ ਘਟਨਾ ਦਾ ਜੋ ਉਹਨਾਂ ਨੇ ਕਿਸਾਨਾਂ ਨੇ ਕਿਹਾ ਸੀਗਾ ਕਿ ਉਹਦੇ ਜਿਹੜੇ ਗੁਨਾਹਗਾਰ ਨੇ, ਉਹ ਜਿਹੜੇ ਮੰਤਰੀ ਨੇ, ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਇਆ ਜਾਵੇ। ਹਜੇ ਤੱਕ ਕੋਈ ਇਸ ਤਰ੍ਹਾਂ ਦਾ ਵੀ ਗੱਲ ਜਿਹੜੀ ਹੈਗੀ ਹੈ ਸਾਹਮਣੇ ਨਹੀਂ ਆ ਰਹੀ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਸ ਵੇਲੇ ਸਿਨੈਰੀਓ ਵੇਖਦੇ ਹਾਂ ਜਾਂ ਕਿਸਾਨਾਂ ਦੀਆਂ ਮੰਗਾਂ ਵੇਖਦੇ ਹਾਂ, ਉਹ ਉਸੇ ਤਰ੍ਹਾਂ ਹੀ ਖੜੀਆਂ ਨੇ ਜਿਸ ਤਰ੍ਹਾਂ ਪਹਿਲਾਂ ਸੀਗੀਆਂ। ਸੋ ਇਸ ਕਰਕੇ ਕਿਸਾਨਾਂ ਨੇ ਜਿਹੜਾ ਇੱਕ ਵੱਡੀ ਹੁਣ ਇਹ ਗੱਲ ਕਹੀ ਹੈ ਕਿ ਅਸੀਂ ਬੀਜੇਪੀ ਨੂੰ ਹਰਾਵਾਂਗੇ ਔਰ ਪਰਚੇ ਵੰਡਾਂਗੇ, ਪਿੰਡਾਂ 'ਚ, ਸ਼ਹਿਰਾਂ, ਕਸਬਿਆਂ 'ਚ ਜਾਵਾਂਗੇ। ਸੋ ਇਹਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਉੱਤੇ ਪ੍ਰੈਸ਼ਰ ਬਣੇ ਔਰ ਕਿਸਾਨਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ, ਉਹ ਮੰਗਾਂ ਜਿਹੜੀਆਂ ਨੇ ਉਹ ਹੱਲ ਹੋਣ। ਸੋ ਉਹਦੇ ਵਿੱਚ ਹੀ ਕਿਸਾਨਾਂ ਦਾ ਭਲਾ ਹੈ, ਉਹਦੇ ਵਿੱਚ ਹੀ ਮੁਲਕ ਦਾ ਭਲਾ ਹੈ, ਉਹਦੇ ਵਿੱਚ ਹੀ ਆਮ ਲੋਕਾਂ ਦਾ ਭਲਾ ਹੈ। ਭੰਗੂ ਸਾਹਿਬ, ਉਸ ਮੰਚ ਤੋਂ ਡਾਕਟਰ ਸਾਹਿਬ ਜਿੱਥੇ ਕਿਸਾਨ ਆਗੂ ਇਕੱਠੇ ਸੀ, 2 ਸੁਨੇਹੇ ਨਿਕਲੇ ਉੱਥੋਂ। ਇੱਕ ਸੁਨੇਹਾ ਤਾਂ ਜੋਗਿੰਦਰ ਸਿੰਘ ਗੁਰਾਹਾਂ ਨੇ ਇਹ ਗੱਲ ਕਹੀ ਕਿ ਜੋ ਕਿਸਾਨ ਚੋਣ ਲੜ ਰਹੇ ਨੇ ਕਿਸਾਨ ਆਗੂ, ਉਹ ਇਸ ਸਕੀਮ ਦਾ ਹਿੱਸਾ ਨਹੀਂ ਹੈਗੇ, ਉਹ ਸਾਡੇ ਨਾਲ ਨਹੀਂ ਹੈਗੇ। ਦੂਜੇ ਪਾਸੇ ਰਕੇਸ਼ ਟਿਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਾਥੀ ਤਾਂ ਸਾਡੇ ਹੀ ਨੇ, ਛੁੱਟੀ ਤੇ ਗਏ ਹੋਏ ਨੇ, ਛੁੱਟੀ ਕੱਟ ਕੇ ਵਾਪਸ ਆ ਜਾਣਗੇ, ਲੜਾਈ ਅਸੀਂ ਫਿਰ ਲੜਾਂਗੇ। ਬਿਲਕੁਲ, ਦੇਖੋ ਇਹਦੇ ਵਿੱਚ ਕਿਉਂਕਿ ਕਿਸਾਨਾਂ ਨੇ ਇੱਕ ਵਾਰੀ ਦੇਖਣਾ ਹੀ ਸੀਗਾ
ਜਿਵੇਂ ਉਹਨਾਂ ਨੂੰ ਲੱਗਦਾ ਸੀਗਾ। ਜੇਕਰ ਕਿਸਾਨ ਜਥੇਬੰਦੀਆਂ ਜਿਵੇਂ ਹੁਣ 22 ਜਾਂ 23 ਜਥੇਬੰਦੀਆਂ ਇਕੱਠੀਆਂ ਹੋ ਕੇ ਚੋਣਾਂ ਲੜ ਰਹੀਆਂ ਨੇ ਪੰਜਾਬ ਦੇ ਵਿੱਚ, ਤਾਂ ਮੈਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ। ਔਰ ਟਕੈਤ ਸਾਹਿਬ ਇਹ ਗੱਲ ਸਹੀ ਕਹਿ ਰਹੇ ਨੇ ਕਿ ਇੱਕ ਵਾਰੀ ਉਹਨਾਂ ਨੇ, ਜੇ ਲੱਗਦਾ ਹੈ ਕਿ ਉਹਨਾਂ ਨੂੰ ਸੀਗਾ ਇਹ ਉਮੀਦ ਕਿ ਅਸੀਂ ਜਿੱਤ ਕੇ ਵਾਪਸ ਆਵਾਂਗੇ, ਅਸੀਂ ਸੱਤਾ ਕਾਇਮ ਕਰ ਲਾਂਗੇ, ਔਰ ਉਹਦੇ ਉੱਤੇ ਕੋਈ ਬਹੁਤਾ ਅਸਰ ਹੁੰਦਾ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਹਜੇ ਤੱਕ ਤਾਂ ਚੋਣ ਨਿਸ਼ਾਨ ਹੀ ਨਹੀਂ ਮਿਲਿਆ। ਸੋ ਇਸ ਕਰਕੇ ਉਮੀਦ ਹੈ ਕਿ ਉਹ ਆਪਣੇ ਤੌਰ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਸਕਦੇ ਆ, ਔਰ ਜੇਕਰ ਇਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਗੇ ਤਾਂ ਕੋਈ ਸੰਭਾਵਨਾਵਾਂ ਨਹੀਂ ਲੱਗਦੀਆਂ ਕਿ ਸੱਤਾ 'ਚ ਆ ਜਾਣਗੇ। ਹਾਂ, ਕੁਝ ਵੋਟ ਜਿਹੜੀ ਹੈਗੀ ਹੈ ਉਹ ਜ਼ਰੂਰ ਬਾਕੀ ਪਾਰਟੀਆਂ ਦੀ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ, ਪਰ ਜਿੱਥੋਂ ਤੱਕ ਜਿੱਤਣ ਦਾ ਸਵਾਲ ਹੈ ਉਹ ਜਿੱਤਣ ਦੀਆਂ ਸੰਭਾਵਨਾਵਾਂ ਪੰਜਾਬ ਦੇ ਵਿੱਚ ਬਹੁਤ ਘੱਟ ਨਜ਼ਰ ਆ ਰਹੀਆਂ ਨੇ। ਸੋ ਟਕੈਤ ਸਾਹਿਬ ਨੇ ਸਹੀ ਗੱਲ ਕਹੀ ਹੈ ਕਿ ਜਦੋਂ 20 ਤਰੀਕ ਨੂੰ, ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਨੇ ਇਸ ਇੰਟਰਵਿਊ ਦੇ ਵਿੱਚ ਕਿ 20 ਤਰੀਕ ਤੱਕ ਉਹਨਾਂ ਦਾ ਹੈ, 20 ਤਰੀਕ ਤੱਕ ਉਹਨਾਂ ਨੂੰ ਸਾਰਾ ਪਤਾ ਲੱਗ ਜਾਣਾ ਹੈ ਕਿ ਕਿੰਨੀ ਕੁ ਸਾਨੂੰ ਵੋਟ ਪਈ ਹੈ। ਸੋ 20 ਤੋਂ ਬਾਅਦ ਲਗਾਤਾਰ ਜਿਹੜੇ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਮਿਲਣਗੀਆਂ, ਔਰ 22 ਦੀਆਂ 22 ਜਥੇਬੰਦੀਆਂ ਉਸ ਸੰਯੁਕਤ ਜਿਹੜਾ ਕਿਸਾਨਾਂ ਦਾ ਮੋਰਚਾ ਹੋਏਗਾ ਉਹਦੇ 'ਚ ਸ਼ਾਮਲ ਹੋਣਗੀਆਂ, ਦੁਬਾਰਾ ਸ਼ਾਮਲ ਹੋਣਗੀਆਂ, ਔਰ ਦੁਬਾਰਾ ਤੋਂ ਵੱਡਾ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਲੜਿਆ ਜਾਏਗਾ। ਬੀਜੇਪੀ ਦੇ ਡਾਕਟਰ ਸਾਹਿਬ ਕੀ ਲੱਗਦਾ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਇਹ ਗੱਲ ਕਹੀ ਹੈ ਕਿ ਕਮੇਟੀ ਦਾ ਅਸੀਂ ਬਣਾਵਾਂਗੇ, ਕਿਸਾਨ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਸੀ, ਕਮੇਟੀ ਅਸੀਂ ਬਣਾਵਾਂਗੇ। ਕਿਸਾਨ ਕਹਿੰਦੇ ਕਿ ਸਾਨੂੰ ਭਰੋਸਾ ਨਹੀਂ ਹੈਗਾ ਕਿ ਤੁਸੀਂ ਕਮੇਟੀ ਬਣਾਓਗੇ। ਪੰਗੂ ਸਾਹਿਬ ਦੇਖੋ, ਜਦੋਂ ਬੀਜੇਪੀ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਨੇ ਲੋਕਾਂ ਨੂੰ ਲਾਰੇ 'ਚ ਰੱਖਣਾ ਹੁੰਦਾ ਹੈ ਤਾਂ ਉਹ ਇਹੀ ਗੱਲਾਂ ਕਰਦੀਆਂ ਨੇ ਕਿ ਕੋਈ ਨਹੀਂ ਬਣਾਵਾਂਗੇ, ਅਗਲੇ ਦਿਨਾਂ 'ਚ ਬਣਾ ਲਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਜੇ ਪ੍ਰੈਸ਼ਰ ਉਹਨਾਂ 'ਤੇ ਨਹੀਂ ਬਣ ਰਿਹਾ। ਜਿੰਨੀ ਦੇਰ ਲਗਾਤਾਰ ਪ੍ਰੈਸ਼ਰ ਨਹੀਂ ਬਣੇਗਾ ਕਿਸਾਨਾਂ ਦਾ, ਵੱਖ-ਵੱਖ ਜਥੇਬੰਦੀਆਂ ਦਾ, ਔਰ ਜਦੋਂ ਅਸੀਂ ਜਿਵੇਂ ਪਹਿਲਾਂ ਵਾਂਗ ਆਪਾਂ ਨੂੰ ਵੀ ਲੱਗਦਾ ਸੀਗਾ ਕਿ ਸ਼ਾਇਦ ਉਹਨਾਂ ਦੇ ਉੱਤੇ ਪ੍ਰੈਸ਼ਰ ਨਹੀਂ ਬਣੇਗਾ, ਪਰ ਜਦੋਂ ਪ੍ਰੈਸ਼ਰ ਬਣ ਗਿਆ ਤਾਂ ਇੱਕਦਮ ਉਹ ਪਿੱਛੇ ਹਟ ਗਏ ਔਰ ਉਹਨਾਂ ਨੇ ਕਾਲੇ ਕਾਨੂੰਨ ਰੱਦ ਕੀਤੇ। ਔਰ ਹੁਣ ਕੀ ਲੱਗ ਰਿਹਾ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸਾਨ ਜਿਹੜੇ ਨੇ ਉਹ ਘਰਾਂ 'ਚ ਚਲੇ ਗਏ ਨੇ, ਸਾਨੂੰ ਹੁਣ ਖੁੱਲ੍ਹ ਹੋ ਗਈ ਹੈ, ਇਸ ਕਰਕੇ ਉਹ ਇਹਨੂੰ ਟਾਲਮਟੋਲ ਦੀ ਨੀਤੀ, ਮਨਮਰਜ਼ੀਆਂ ਕਰਾਂਗੇ ਅਸੀਂ, ਮਨਮਰਜ਼ੀਆਂ ਕਰ ਰਹੇ ਨੇ, ਟਾਲਮਟੋਲ ਦੀ ਨੀਤੀ ਅਪਣਾ ਰਹੇ ਨੇ। ਸੋ ਜਿੰਨੀ ਦੇਰ, ਕਹਿਣ ਦਾ ਮਤਲਬ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਕੱਤਰ ਹੋਣ, ਏਕਤਾ ਰੱਖਣ ਔਰ ਸੰਘਰਸ਼ ਕਰਨ, ਔਰ ਏਕਤਾ ਤੇ ਸੰਘਰਸ਼ ਦੇ ਵਿੱਚੋਂ ਹੀ ਕਮੇਟੀਆਂ ਵੀ ਬਣ ਜਾਣਗੀਆਂ, ਬਾਕੀ ਮਸਲੇ ਵੀ ਹੱਲ ਹੋ ਜਾਣਗੇ। ਸੰਘਰਸ਼ ਉਹਨਾਂ ਨੂੰ ਕਰਨਾ ਪਏਗਾ। ਭੰਗੂ ਸਾਹਿਬ, ਸਵਰਾਜ ਅਭਿਆਨ ਦੇ ਮਾਲਕ ਯੋਗੇਂਦਰ ਯਾਦਵ ਉਹ ਗੱਲ ਕਹਿੰਦੇ ਕਿ ਬਜਟ ਦੇ ਵਿੱਚ ਕਿਸਾਨਾਂ ਤੋਂ ਬਦਲਾ ਲਿਆ ਗਿਆ। ਵੱਡੀ ਆਸ ਸੀ, ਵੱਡੀ ਉਮੀਦ ਸੀ ਕਿ ਬੀਜੇਪੀ ਸਰਕਾਰ ਕਿਸਾਨਾਂ ਲਈ ਕੁਝ ਰੱਖੇਗੀ, ਵੱਖਰਾ ਰੱਖੇਗੀ। ਅੰਦੋਲਨ ਤੋਂ ਬਾਅਦ ਕਿਸਾਨਾਂ ਦਾ ਜਾਨੀ ਤੌਰ ਤੇ, ਮਾਲੀ ਤੌਰ ਤੇ ਨੁਕਸਾਨ ਹੋਇਆ, ਕਿਸੇ ਤਰ੍ਹਾਂ ਦੀ ਕੋਈ ਰਾਹਤ ਬੀਜੇਪੀ ਸਰਕਾਰ ਬਜਟ ਦੇ ਵਿੱਚ ਲੈ ਕੇ ਆਊਗੀ। ਪਰ ਉਹ ਕਹਿੰਦੇ ਕਿ ਇਹ ਤਾਂ ਬਦਲਾ ਲਿਆ ਗਿਆ ਕਿਸਾਨਾਂ ਤੋਂ ਬਜਟ 'ਚ। ਬਿਲਕੁਲ ਇਹੀ ਗੱਲ ਮੈਂ ਸ਼ੁਰੂ 'ਚ ਕਹੀ ਸੀ ਕਿ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਉਹਦੇ ਵਿੱਚ MSP ਦੇ ਲਈ ਜਿਹੜੀ ਰਕਮ ਰੱਖੀ ਜਾਂਦੀ ਹੈ, ਨਿਰਧਾਰਿਤ ਕੀਤੀ ਰਕਮ ਜਿਹੜੀ ਹੁੰਦੀ ਹੈ, ਉਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੇ ਉੱਤੇ ਕੱਟ ਲਾਇਆ ਗਿਆ ਹੈ। ਸੋ ਇਸ ਕਰਕੇ ਜੇਕਰ ਉਹ ਕੱਟ ਲੱਗਦਾ ਹੈ ਤਾਂ ਲਾਜ਼ਮੀ ਤੌਰ ਤੇ ਕਿਸਾਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਿੱਕਤਾਂ ਆ ਸਕਦੀਆਂ ਨੇ, ਕਿਉਂਕਿ MSP ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਤੋੜਨਾ ਚਾਹੁੰਦੀ ਹੈ, ਔਰ MSP ਦਾ ਇਹੀ ਕਾਰਨ ਹੈ ਕਿ MSP ਦੇ ਲਈ ਉਹ ਕਮੇਟੀਆਂ ਦੇ ਵਿੱਚ ਡਿਲੇ ਕਰਨਾ ਚਾਹੁੰਦੀ ਹੈ। ਉਹ ਟਾਲਮ ਟੋਲ ਦੀ ਨੀਤੀ ਉਹਨਾਂ ਨੇ ਅਪਣਾਈ ਹੋਈ ਹੈ, ਕਿਉਂਕਿ ਹੁਣ ਉਹਨੂੰ ਲੱਗਦਾ ਹੈ ਕਿ ਇੱਕ ਵਾਰੀ ਅਸੀਂ ਕਿਸਾਨਾਂ ਨੂੰ ਘਰੇ ਭੇਜਦਾ ਔਰ ਹੁਣ ਕਿਸਾਨ ਦੁਬਾਰਾ ਇਕੱਠੇ ਹੋਣੇ ਬਹੁਤ ਔਖਾ ਹੋ ਜਾਊਗਾ। ਸੋ ਇਸ ਕਰਕੇ ਉਹ ਕਿਸਾਨਾਂ ਨੂੰ ਇੱਦਾਂ ਦੀਆਂ ਨੀਤੀਆਂ 'ਚ ਉਲਝਾ ਕੇ ਉਹਨਾਂ ਦੇ ਸੰਘਰਸ਼ ਨੂੰ ਅੱਗੇ ਪਾਉਣਾ ਚਾਹੁੰਦੀ ਹੈ। ਸੋ ਹੁਣ ਤੱਕ ਕਿਸਾਨਾਂ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਔਰ ਆਪਣੀ ਜਿਹੜੀ ਏਕਤਾ ਸੀ, ਪੁਰਾਣੀ ਏਕਤਾ ਜਿਹੜੀ ਉਹਨਾਂ ਨੇ ਦਿਖਾਈ ਹੈ। ਹੁਣ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਕੋਲੇ ਹੁਣ ਤਜਰਬਾ ਹੈ, ਹੁਣ ਜਿਹੜਾ ਹੈਗਾ ਐਕਸਪੀਰੀਅੰਸ ਉਹਨਾਂ ਦਾ ਹੋ ਚੁੱਕਿਆ ਹੈ। ਉਸ ਤਜਰਬੇ ਦੇ ਵਿੱਚੋਂ ਉਹ ਨਵੇਂ ਸੰਘਰਸ਼ ਜਿਹੜੇ ਨੇ ਉਹ ਲੜ ਸਕਦੇ ਨੇ, ਉਹ ਸੌਖਾ ਹੋ ਗਿਆ। ਬੰਦੇ ਜਿਹੜੇ ਨੇ ਆਮ ਬਾਕੀ ਸਟੇਟਾਂ ਦੇ ਆਮ ਲੋਕ ਜਿਹੜੇ ਨੇ ਉਹ ਵੀ ਤਿਆਰ ਨੇ। ਸੋ ਜੇਕਰ ਕਿਸਾਨ ਸੰਘਰਸ਼ ਕਰਨਗੇ ਔਰ ਖ਼ਾਸ ਤੌਰ ਤੇ ਬੀਜੇਪੀ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਇਹਦੇ ਨਾਲ ਜ਼ਰੂਰ ਫਰਕ ਪਏਗਾ। ਪੰਗੂ ਸਾਹਿਬ, ਨਵੇਂ ਸੰਘਰਸ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਕਿਸਾਨ ਆਗੂ ਵੀ ਕਹਿੰਦੇ ਨੇ ਕਿ ਅੰਦੋਲਨ ਤਾਂ ਅਸੀਂ ਲੜਾਂਗੇ। ਦੇਖੋ ਵੈਸੇ ਤਾਂ ਸਮੇਂ ਦੇ ਗਰਭ ਦੇ ਵਿੱਚ ਪਿਆ ਕਿ ਕੀ ਹੋਊਗਾ, ਪਰ ਰੂਪ ਕੀ ਹੋ ਸਕਦਾ ਅੰਦੋਲਨ ਦਾ? ਜੋ ਅੰਦੋਲਨ ਅਸੀਂ ਦੇਖ ਚੁੱਕੇ ਹਾਂ, ਪਿੰਡੇ ਤੇ ਹੰਢਾ ਚੁੱਕੇ ਨੇ ਕਿਸਾਨ, ਕਿ ਉੱਦਾਂ ਦਾ ਰੂਪ ਹੋ ਸਕਦਾ ਜਾਂ ਵੱਖਰੇ ਤੌਰ ਤੇ ਕੋਈ ਲੜਿਆ ਜਾ ਸਕਦਾ? ਦੇਖੋ, ਜਿਵੇਂ ਮੈਂ ਕਿਹਾ ਕਿ ਕਿਸਾਨਾਂ ਕੋਲ ਪਿਛਲੇ ਵਾਰ ਨਾਲੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਕੋਲੇ ਇੱਕ ਐਡੇ ਵੱਡੇ ਸੰਘਰਸ਼ ਦਾ
ਤਜਰਬਾ ਉਹਨਾਂ ਕੋਲੇ ਆ ਚੁੱਕਿਆ ਹੈ। ਉਸ ਤਜਰਬੇ ਦੇ ਆਧਾਰ ਦੇ ਉੱਤੇ ਜਿਵੇਂ ਹਾਲਾਤ ਨੂੰ, ਜਿਵੇਂ ਸਮਾਜ ਨੂੰ, ਜਿਵੇਂ ਸਮੇਂ ਨੂੰ ਲੋੜ ਪਏਗੀ, ਉਹਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਹੈਗਾ ਸੰਘਰਸ਼ ਲੜਨਾ ਚਾਹੀਦਾ ਹੈ। ਔਰ ਇੱਕ ਵੱਖਰਾ ਸੰਘਰਸ਼ ਹੋਏਗਾ, ਨਵਾਂ ਸੰਘਰਸ਼ ਹੋਏਗਾ ਔਰ ਵੱਡਾ ਸੰਘਰਸ਼ ਹੋਏਗਾ। ਇਹਦਾ ਵੱਡਾ ਕਾਰਨ ਹੈ ਕਿ ਹੁਣ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਕਿਹੜੇ ਲੀਡਰ ਜਿਹੜੇ ਨੇ, ਜਿਵੇਂ ਹੁਣ ਤੁਸੀਂ ਟਕੈਤ ਸਾਹਿਬ ਦੀ ਗੱਲ ਕੀਤੀ ਹੈ, ਯਾਦਵ ਹੋਰਾਂ ਦੀ ਗੱਲ ਕੀਤੀ ਹੈ, ਉਗਰਾਹਾਂ ਸਾਹਿਬ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਹੋਰ ਵੱਡੇ ਲੀਡਰ ਜਿਹੜੇ ਨੇ ਇਸ ਸੰਘਰਸ਼ 'ਚੋਂ ਉੱਭਰ ਕੇ ਸਾਹਮਣੇ ਆਏ ਨੇ। ਤਾਂ ਉਹ ਲੀਡਰ ਜਿਹੜੇ ਇਕੱਠੇ ਹੋ ਕੇ ਜੇਕਰ ਸੱਦਾ ਦੇਣਗੇ ਸੰਘਰਸ਼ ਦਾ, ਤਾਂ ਲਾਜ਼ਮੀ ਤੌਰ ਤੇ ਲੋਕ ਉਹਨਾਂ ਦੇ ਨਾਲ ਲੱਗਣਗੇ ਔਰ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਹੱਲ ਕਰਨ ਦੀ ਜਿਹੜੀ ਹੈਗੀ ਆ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ। ਔਰ ਸਰਕਾਰ ਦੇ ਉੱਤੇ ਪ੍ਰੈਸ਼ਰ ਜਿਹੜਾ ਹੈਗਾ ਉਹ ਬਣੇਗਾ ਹੀ ਬਣੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਭੰਗੂ ਸਾਹਿਬ, ਬੀਜੇਪੀ ਸਰਕਾਰ ਤਾਂ ਇਹ ਲੱਗਦਾ ਨਾ ਕਿ ਆਪਣੀ ਉਹ ਜਿੱਦ ਨੂੰ ਲੈ ਕੇ ਅੜ ਜਾਂਦੇ ਨੇ। 3 ਖੇਤੀ ਕਾਨੂੰਨਾਂ ਤੇ ਵੀ ਅੜ ਗਏ ਸੀ, ਹੁਣ MSP ਦੀ ਕਮੇਟੀ ਤੇ ਵੀ ਅੜ ਗਏ, ਭਾਵੇਂ ਵਿੱਚੋਂ ਵਿੱਚ ਬਿਆਨ ਦੇਈ ਜਾਂਦੇ ਨੇ ਕਿ ਅਸੀਂ ਤਾਂ ਕਮੇਟੀ ਬਣਾ ਦਾਂਗੇ, ਪਰ ਜਿੱਦ ਨੂੰ ਲੈ ਕੇ ਅੜ ਜਾਂਦੀ ਹੈ ਬੀਜੇਪੀ। ਭੰਗੂ ਸਾਹਿਬ ਦੇਖੋ, ਜਦੋਂ ਲੋਕਾਂ ਦੀ ਤਾਕਤ ਹੁੰਦੀ ਹੈ, ਲੋਕਾਂ ਦਾ ਪ੍ਰੈਸ਼ਰ ਹੁੰਦਾ ਹੈ, ਤਾਂ ਇਹ ਜਿਹੜੀਆਂ ਜ਼ਿੱਦਾਂ ਹੁੰਦੀਆਂ ਨੇ ਇੱਦਾਂ ਦੀਆਂ ਛੋਟੀਆਂ ਮੋਟੀਆਂ ਉਹ ਕਿਤੇ ਚਲੀਆਂ ਜਾਂਦੀਆਂ ਨੇ, ਪਰ ਇਹ ਭੱਜ ਜਾਂਦੀਆਂ ਨੇ। ਆਪਾਂ ਨੂੰ ਵੀ ਪਤਾ ਹੈ ਕਿ ਅੱਜ ਤੋਂ ਸਾਲ ਪਹਿਲਾਂ ਮੋਦੀ ਸਾਹਿਬ ਵੀ ਇਹੀ ਜ਼ਿੱਦ ਕਰ ਰਹੇ ਸੀ ਕਿ ਇਹ ਹੁਣ ਕਿਵੇਂ ਰੱਦ ਹੋਣਗੇ, ਤਾਂ ਰੱਦ ਹੋ ਹੀ ਨਹੀਂ ਸਕਦੇ। ਤੁਹਾਨੂੰ ਯਾਦ ਹੋਏਗਾ, ਚਾਹੇ ਉਹ ਵੱਖ-ਵੱਖ ਮੰਤਰੀਆਂ ਦੇ ਬਿਆਨ ਆਉਂਦੇ ਸੀਗੇ ਕਿ ਇਹ ਤਾਂ ਹੁਣ ਰੱਦ ਹੀ ਨਹੀਂ ਹੋ ਸਕਦੇ, ਇਹਦੇ ਵਿੱਚ ਮਾੜੀਆਂ ਮੋਟੀਆਂ ਤਰਮੀਮਾਂ ਹੋ ਸਕਦੀਆਂ ਨੇ, ਇਹ ਰੱਦ ਕਿਵੇਂ ਹੋ ਜਾਣਗੇ ਸੰਪੂਰਨ ਤੌਰ ਤੇ। ਸੋ ਹੋਏ ਰੱਦ, ਆਪਾਂ ਸਾਰੇ ਜਾਣਦੇ ਹਾਂ, ਇਕੱਲੇ ਰੱਦ ਹੀ ਨਹੀਂ ਹੋਏ, ਮਾਫੀ ਵੀ ਮੋਦੀ ਸਾਹਿਬ ਨੇ ਮੰਗੀ। ਸੋ ਜੇਕਰ ਇਹ ਸਾਰੀਆਂ ਚੀਜ਼ਾਂ ਵਾਪਰੀਆਂ ਨੇ, ਇਹ ਤਾਂ ਹੀ ਵਾਪਰੀਆਂ ਨੇ ਜੇ ਕਿਸਾਨਾਂ ਨੇ ਸੰਘਰਸ਼ ਆਪਣਾ ਸਹੀ ਤਰੀਕੇ ਨਾਲ ਵਿੱਢਿਆ ਔਰ ਉਸ ਨੂੰ ਸਿਰੇ ਤੱਕ ਲੈ ਕੇ ਗਏ ਨੇ। ਹੁਣ ਵੀ ਜੇ ਸੰਘਰਸ਼ ਕਿਸਾਨ ਦੁਬਾਰਾ ਮੈਦਾਨ 'ਚ ਆਉਣਗੇ ਤਾਂ ਕੋਈ ਤਾਕਤ ਨਹੀਂ ਹੈ ਕਿ ਕਿਸਾਨਾਂ ਦੀ ਇਸ ਵੱਡੇ ਸੰਘਰਸ਼ ਨੂੰ ਉਹ ਝੁਕਾ ਦੇਵੇ, ਜਾਂ ਇਹ ਜਿਹੜੀਆਂ ਨੀਤੀਆਂ ਬਣਾਉਣੀਆਂ ਨੇ ਜਾਂ ਜਿਹੜੀਆਂ ਕਮੇਟੀਆਂ ਬਣਨੀਆਂ ਨੇ MSP ਬਾਰੇ ਜਾਂ ਹੋਰ ਮੁੱਦਿਆਂ ਬਾਰੇ ਤਾਂ ਨਾ ਬਣਨ। ਇਹਦਾ ਕੋਈ ਕਾਰਨ ਮੈਨੂੰ ਨਜ਼ਰ ਨਹੀਂ ਆ ਰਿਹਾ। ਸੰਘਰਸ਼ ਦੇ ਸਾਹਮਣੇ ਜਿਹੜਾ ਹੈਗਾ ਹਰ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਨੇ, ਹਰ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਨੇ, ਉਹ ਹਮੇਸ਼ਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਹ ਝੁਕਦੀਆਂ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਝੁਕਦੀਆਂ ਰਹਿਣਗੀਆਂ। ਭੰਗੂ ਸਾਹਿਬ, ਤੇ ਜਾਂਦੇ ਡਾਕਟਰ ਸਾਹਿਬ, ਜੋ ਕਿਸਾਨ ਆਗੂ ਚੋਣਾਂ ਲੜ ਰਹੇ ਨੇ ਜੀ, ਕਿਵੇਂ ਦੇਖਦੇ ਹੋ? ਹਾਲਾਂਕਿ ਬਾਰ-ਬਾਰ ਅਸੀਂ ਗੱਲ ਕਰਦੇ ਹਾਂ ਕਿ ਡਾਕਟਰ ਸਾਹਿਬ ਕਿਵੇਂ ਤੁਸੀਂ ਦੇਖਦੇ ਹੋ ਅੱਜ ਕਿੱਥੇ ਖੜੇ ਨੇ ਕਿਸਾਨ? ਦੇਖੋ ਭੰਗੂ ਸਾਹਿਬ, ਜਿਹੜਾ ਭਾਰਤੀ ਲੋਕਤੰਤਰ ਹੈ ਉਹ ਇੰਨਾ ਕੁ ਫਲੈਕਸੀਬਲ ਹੈ, ਇੰਨਾ ਕੁ ਲਚਕੀਲਾ ਹੈ ਕਿ ਉਹਦੇ ਵਿੱਚ ਹਰ ਬੰਦੇ ਨੂੰ ਚੋਣ ਲੜਨ ਦੀ ਜਿਹੜੀ ਹੈਗੀ ਹੈ ਉਹ ਖੁੱਲ੍ਹ ਦਿੱਤੀ ਗਈ ਹੈ ਔਰ ਕਿਸਾਨਾਂ ਨੂੰ ਵੀ ਖੁੱਲ੍ਹ ਦਿੱਤੀ ਗਈ ਆ। ਕਿਸਾਨਾਂ ਨੂੰ ਵੀ ਉਮੀਦ ਬਣੀ ਹੋਈ ਹੈ ਕਿ ਸਾਨੂੰ ਵੋਟਾਂ ਪੈਣਗੀਆਂ। ਪਰ ਜੇ ਆਪਾਂ ਇਹ ਕਹੀਏ ਕਿ ਮੈਂ ਫੇਰ ਕਹਾਂਗਾ ਕਿ ਕਿਸਾਨ ਪੰਜਾਬ ਦੇ ਵਿੱਚ ਜਿੱਤ ਕੇ ਉਹਨਾਂ ਦੀ ਸਰਕਾਰ ਆ ਜਾਏਗੀ, ਸੱਤਾ 'ਚ ਆ ਜਾਣਗੇ, ਇੱਦਾਂ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਹਾਂ, ਜੇਕਰ ਉਹ ਇਕੱਠੇ ਹੋ ਕੇ 32 ਦੀਆਂ 32 ਜਥੇਬੰਦੀਆਂ ਔਰ ਉਗਰਾਹਾਂ ਸਾਹਿਬ ਜਾਂ ਹੋਰ ਜਿਵੇਂ ਬਾਕੀ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਉਹ ਚੱਲਦੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਪ੍ਰੈਸ਼ਰ ਹੋਰ ਤਰ੍ਹਾਂ ਦਾ ਪੈਣਾ ਸੀਗਾ ਔਰ ਇਹ ਕੰਮ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ, ਜਥੇਬੰਦੀਆਂ ਬਣਾਉਣੀਆਂ ਚਾਹੀਦੀਆਂ ਸੀਗੀਆਂ। ਫਿਰ ਤਾਂ ਆਪਾਂ ਕਹਿ ਸਕਦੇ ਸੀਗੇ ਕਿ ਉਹ ਜਿੱਤ ਵੱਲ ਵੱਧ ਸਕਦੇ ਆ। ਪਰ ਹੁਣ ਕੀ ਹੈ, ਹੁਣ ਇਸ ਵੇਲੇ ਕਿਉਂਕਿ ਲੇਟ ਬਹੁਤ ਉਹਨਾਂ ਨੇ ਸ਼ੁਰੂ ਕੀਤਾ ਆਪਣਾ ਕੰਮ, ਲੇਟ ਹੋਣ ਕਰਕੇ ਉਹਨਾਂ ਨੂੰ ਚੋਣ ਨਿਸ਼ਾਨ ਹਜੇ ਤੱਕ ਨਹੀਂ ਮਿਲੇ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੱਖਰੇ ਲੋਕਾਂ ਨੇ ਵੀ ਇਹੀ ਕਿਹਾ ਕਿ ਕੋਈ ਕਹਿੰਦਾ ਕਿ ਅਸੀਂ ਚੋਣ ਲੜਾਂਗੇ, ਕੋਈ ਕਹਿੰਦਾ ਨਹੀਂ ਲੜਨੀ ਚਾਹੀਦੀ। ਉਹ ਵੀ ਦੁਫਾੜ ਹੁੰਦਾ ਸਾਨੂੰ ਜਿਹੜਾ ਹੈਗਾ ਸੰਯੁਕਤ ਸਮਾਜ ਮੋਰਚਾ ਨਜ਼ਰ ਆਇਆ। ਸੋ ਕਹਿਣ ਦਾ ਮਤਲਬ ਹੈ ਕੁੱਲ ਮਿਲਾ ਕੇ ਕਾਫੀ ਔਖਾ ਉਹਨਾਂ ਦੇ ਲਈ ਹੈ ਕਿ ਉਹ ਵੋਟਾਂ ਹਾਸਲ ਕਰਨ ਜਾਂ ਕੋਈ ਸੀਟ ਉਹਨਾਂ ਦੀ ਨਿਕਲੇਗੀ। ਇੱਦਾਂ ਦੀਆਂ ਕੋਈ ਬਹੁਤਾ ਸੰਭਾਵਨਾਵਾਂ ਮੈਨੂੰ ਫਿਲਹਾਲ ਨਜ਼ਰ ਨਹੀਂ ਆ ਰਹੀਆਂ। ਭੰਗੂ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਕਿ ਦਿੱਲੀ ਦੇ ਵਿੱਚ ਕਿਸਾਨ ਆਗੂਆਂ ਨੇ ਮੀਟਿੰਗ ਰੱਖੀ ਸੀ, ਉੱਥੋਂ ਜੋ ਵੀ ਹੁਕਮ ਜਾਰੀ ਕੀਤੇ ਉਹ ਅਸੀਂ ਸਾਂਝੇ ਕੀਤੇ ਤੁਹਾਡੇ ਨਾਲ। ਲਗਾਤਾਰ ਅਸੀਂ ਜੋ ਮੂਵਮੈਂਟ ਹੁੰਦੀ ਹੈ ਪੰਜਾਬ ਦੀ ਜਾਂ ਦੇਸ਼ ਦੀ ਜਾਂ ਦੁਨੀਆ ਭਰ ਦੀ, ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਿੰਦੇ ਹਾਂ। ਤੇ ਤੁਹਾਡੇ ਵੱਲੋਂ ਸਾਨੂੰ ਹਰ ਵਾਰ ਦੀ ਤਰ੍ਹਾਂ ਆਪਣਾ ਸੁਝਾਅ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ, ਜੋ ਤੁਸੀਂ ਲਗਾਤਾਰ ਸਾਡੇ ਨਾਲ ਸਾਂਝਾ ਕਰਦੇ ਰਹਿੰਦੇ ਹੋ। ਤੇ ਤੁਸੀਂ ਜੁੜੇ ਵੀ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।